वाहे आपे पांडे साजन आपे पूरन दे आपे पांडे साजन आपे पूरन दे इतने लोग सवाई एक चूल्हे चढ़े एक निहारी गुरु ग्रंथ साहिब महाराज सच्चे पातशाह की होगी रहमत कृपा बख्शिश हुई है। पिछले दिनों को सतगुरां की पावन बाणी आशा की वार जो रल मिल सारे ही आप समझण का जतन कर रहे हैं। और नाल नाल गुरु सवारियां की पासों एक एक श्लोक का पौड़ियां समेत कीर्तन श्रवण कर रहे हैं। सो आओ अज आशा की वारी अखीर की पौड़ी के नाल संबंधित जो दो श्लोक ने, एक श्लोक धन गुरु नानक साहिब महाराज सच्चे पातशाह जी की रचना तो उच्चारण किया होया और दूसरा श्लोक गुरु अंगद साहिब महाराज जी की रचना तो उच्चारण किया होया है। विचार आरंभ करने को पहला अदब प्यार सहित बुलाओ फतेह आखो जी वाहिगुरु जी का खालसा वाहिगुरु जी की फतेह। सतगुरु गुरु नानक साहिब महाराज सच्चे पातशाह जी ने पावन गुरबाणी की आरंभता करदिया हुआ बड़ी सोहनी बात सिक्ख्या रूप दे विच सानू समझाई कि मेरा सतगुरु बड़ा समर्थ है और मैं अपने समर्थ गुरु को बलहारे जाता हाँ। ते बलहारे मैं इस करके जाता हाँ क्योंकि मैनू मेरे मालिक ने आप सवारिया है, आप सजिया है और आप साथ के मैनू अपने मार्ग से चलने की समर्था बख्शी और मैनू देवतियां बनाने लगियां उन्हें समा ना लगन दिता। बलिहारी गुर अपने दियोहाड़ी सदवार जिन मानस ते देवते किए करत ना लगी वार। और जब बाणी की आरंभता हुई
ਤੇ ਬਾਬੇ ਨੇ ਇਹ ਗੱਲ ਬੜੇ ਪਿਆਰ ਨਾਲ ਸਮਝਾਈ ਵੀ ਇਸ ਵਾਰ ਨੂੰ ਟੁੰਡੇ ਅਸ ਰਾਜੇ ਕੀ ਧੁਨ ਤੇ ਗਾਉਣਾ ਹੈ। ਤੇ ਆਰੰਭ ਦੇ ਵਿੱਚ ਆਪਾਂ ਸਰਵਣ ਕਰਨਾ ਕੀਤਾ ਕਿ ਇਹ ਬਾਣੀ ਸੁਚੱਜੇ ਜੀਵਨ ਨੂੰ ਬਣਾਉਣ ਵਾਸਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਔਰ ਬਾਬੇ ਨੇ ਖਾਸ ਕਰ ਬੜੇ ਪਿਆਰ ਨਾਲ ਜਿੱਥੇ ਇਹ ਆਖਿਆ ਨਾ ਟੁੰਡੇ ਅਸ ਰਾਜੀ ਦੀ ਧੁਨੀ, ਹੁਣ ਉਸ ਧੁਨ ਤੇ ਗਾਉਣਾ ਹੈ। ਗਾਉਣਾ ਕਿਉਂ ਹੈ ਜੀ? ਇਸ ਕਰਕੇ ਕਿ ਉਸ ਰਾਜੇ ਦਾ ਜੀਵਨ ਜਿਹੜਾ ਹੈ ਉਹ ਬੜਾ ਸੋਹਣਾ ਹੈ, ਬੜਾ ਸੋਹਣਾ ਜੀਵਨ ਹੈ, ਕਰੈਕਟਰ ਉਹਦਾ ਬੜਾ ਉੱਚਾ ਹੈ। ਤੇ ਸਾਰੀ ਬਾਣੀ ਦੇ ਵਿੱਚ ਸਾਨੂੰ ਜੀਵਨ ਜਿਉਣ ਦੀ ਹੀ ਬਾਬੇ ਨੇ ਜਾਚ ਸਿਖਾਈ ਔਰ ਇਹ ਗੱਲ ਨਾਲ ਆਖੀ ਵੀ ਸੋਹਣਾ ਜੀਵਨ ਜਿਉਂਦਿਆਂ ਹੋਇਆਂ ਇੱਕ ਗੁਰੂ ਤੋਂ ਬਿਨਾਂ ਸਾਨੂੰ ਬਹੁਤਿਆਂ ਦੀ ਲੋੜ ਨਹੀਂ। ਜੇ ਆਪਣੇ ਜੀਵਨ ਨੂੰ ਸੋਹਣਾ ਆਨੰਦ ਖੇੜੇ ਵਾਲਾ, ਆਨੰਦ ਖੁਸ਼ੀਆਂ ਵਾਲਾ ਬਣਾਉਣਾ ਹੈ ਨਾ, ਉੱਚਾ ਕਿਰਦਾਰ ਬਣਾਉਣਾ ਹੈ ਨਾ, ਤੇ ਸਾਨੂੰ ਲੋੜ ਕਿਸ ਦੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਣਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ, ਬਸ। ਔਰ ਅੱਜ ਅਖੀਰ ਪੌੜੀ ਨਾਲ ਜੋ ਸੰਬੰਧਿਤ ਸ਼ਲੋਕ ਨੇ, ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ, ਆਪੇ ਭਾਂਡੇ ਸਾਜੀਆਂ ਨਾ ਆਪੇ ਪੂਰਨ ਦੀਏ। ਘੁਮਿਆਰ ਨਾ ਮਿੱਟੀ ਲੈਂਦਾ ਹੈ, ਉਸ ਨੂੰ ਧੋਂਦਾ ਹੈ ਔਰ ਬੜੀ ਸੋਹਣੀ ਆਪਣੀ ਕਲਾ ਦੇ ਨਾਲ ਸੋਹਣੇ ਸੋਹਣੇ ਭਾਂਡੇ ਬਣਾਉਂਦਾ, ਸੋਹਣੇ ਸੋਹਣੇ ਭਾਂਡੇ ਬਣਾ ਕੇ ਰੱਖ ਦਿੰਦਾ, ਸੋਹਣੇ ਸੋਹਣੇ ਭਾਂਡੇ ਬਣਾ ਕੇ ਰੱਖਦਾ, ਘੜੀ ਬਣਾ ਕੇ ਰੱਖਦਾ ਹੈ। ਤੇ ਉਹਨਾਂ ਬਰਤਨਾਂ ਦੇ ਵਿੱਚ ਉਹ ਆਪ ਕੁਝ ਨਹੀਂ ਪਾਉਂਦਾ, ਉਹ ਆਪਣੇ ਆਪ ਨੂੰ ਨਹੀਂ ਟਿਕਾਉਂਦਾ, ਆਪਣੇ ਕੋਲੋਂ ਕੋਈ ਚੀਜ਼ ਪਾ ਕੇ ਨਹੀਂ ਦਿੰਦਾ। ਪਰ ਅਕਾਲ ਪੁਰਖ ਵਾਹਿਗੁਰੂ ਇੱਕ ਐਸਾ ਕਰਤਾ ਹੈ, ਉਹ ਇੱਕ ਐਸਾ ਕਰਦਾ ਹੈ, ਆਪ ਭਾਂਡੇ ਬਣਾਉਂਦਾ ਤੇ ਭਾਂਡਿਆਂ ਦੇ ਵਿੱਚ ਆਪ ਹੀ ਸਾਰਾ ਕੰਮ ਕਰਦਾ। ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਆਪੇ ਭਾਂਡੇ ਸਾਜਿਆ, ਸਾਰੇ ਜੀਵ ਰੂਪੀ ਭਾਂਡੇ ਉਹਨੇ ਸਾਜੇ ਹੋਏ ਨੇ, ਸਾਰੀ ਕੁਦਰਤ ਉਹਦੀ ਪੈਦਾ ਕੀਤੀ ਹੋਈ ਹੈ। ਤੇ ਬਾਬੇ ਨੇ ਆਖਿਆ ਆਪੇ ਪੂਰਨ ਦੇ, ਆਪ ਹੀ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਆਪ ਹੀ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ, ਕੋਈ ਦੂਜਾ ਨਹੀਂ। ਉਹਨੇ ਆਪਣਾ ਆਪ ਸਭਨਾਂ ਦੇ ਅੰਦਰ ਆਪ ਟਿਕਾ ਦਿੱਤਾ, ਭਰ ਵੀ ਸਾਰਿਆਂ ਨੂੰ ਭਾਂਡਿਆਂ ਨੂੰ ਆਪ ਦਿੱਤਾ ਹੈ। ਤੇ ਗੁਰੂ ਗਰੀਬ ਨਵਾਜ ਅੱਗੇ ਆਖਦੇ, ਕਹਿੰਦੇ ਇੱਕ ਨੀ ਦੁੱਧ ਸਮਾਈਐ। ਹੁਣ ਇੱਕ ਉਹ ਭਾਂਡੇ ਨੇ ਜੀ ਜਿਨ੍ਹਾਂ ਦੇ ਵਿੱਚ ਦੁੱਧ ਸਮਾਇਆ ਹੋਇਆ ਹੈ, ਦੁੱਧ ਪਾਇਆ ਹੋਇਆ ਹੈ, ਸੋਹਣੀਆਂ ਵਸਤੂਆਂ ਟਿਕੀਆਂ ਹੋਈਆਂ ਨੇ। ਤੇ ਇੱਕ ਉਹ ਭਾਂਡੇ ਨੇ, ਇੱਕ ਚੁੱਲ੍ਹੇ ਰਹਿਣ ਚੜੇ, ਸਦਾ ਹੀ ਤਪਦੇ ਰਹਿੰਦੇ ਨੇ, ਸਦਾ ਹੀ ਚੁੱਲ੍ਹੇ ਤੇ ਰਹਿੰਦੇ ਨੇ, ਤਪਦੇ ਰਹਿੰਦੇ ਨੇ। ਹੁਣ ਵੇਖੋ, ਅਕਾਲ ਪੁਰਖ ਵਾਹਿਗੁਰੂ ਜੀ ਇਹ ਨਹੀਂ ਵੀ ਕਿਸੇ ਦੇ ਨਾਲ ਨਫ਼ਰਤ ਕਰਦੇ ਨੇ, ਈਰਖਾ ਕਰਦੇ ਨੇ ਨਾ। ਬਾਬੇ ਨੇ ਇਹ ਵੀ ਗੱਲ ਬਾਣੀ ਵਿੱਚ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ, ਕਿ ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਇਸ ਦਾ ਬੁਰਾ ਕਿਉਂ ਹੋਵੇ। ਉਹ ਸਾਰਿਆਂ ਦਾ ਭਲਾ ਕਰਦਾ ਹੈ, ਉਹ ਕਿਸੇ ਦਾ ਬੁਰਾ ਨਹੀਂ ਕਰਦਾ। ਪਰ ਰੱਬ ਜੀ ਨੇ ਨਾ ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਨਾਲ ਸਲਾਹ ਕੀਤੀ ਨਹੀਂ। ਉਹਨੇ ਆਪਣੀ ਮਰਜ਼ੀ ਨਾਲ, ਤੇ ਉਹਦੀ ਮਰਜ਼ੀ ਕੀ ਹੈ ਉਹ ਦੇਖ ਲੈਂਦਾ ਹੈ ਕਿ ਕਿਸ ਭਾਂਡੇ ਦੀ ਕੀ ਕੁਆਲਿਟੀ ਹੈ। ਭਾਂਡੇ ਦੀ ਕੁਆਲਿਟੀ ਦੇ ਮੁਤਾਬਕ ਹੀ ਉਹਨੇ ਹਰੇਕ ਅੰਦਰ ਵਸਤੂ ਜਿਹੜੀ ਹੈ ਉਹ ਪਾਈ ਹੋਈ ਹੈ। ਉਸਨੇ ਸਾਰਿਆਂ ਦੇ ਅੰਦਰ ਟਿਕਾਇਆ ਹੋਇਆ ਹੈ ਜੋ ਭਾਂਡਿਆਂ ਦੇ ਅੰਦਰ ਟਿਕਾਇਆ ਹੈ।
ਤੇ ਬਾਬੇ ਨੇ ਬਚਨ ਕੀਤੇ, ਕਹਿੰਦੇ ਸੱਚਮੁੱਚ ਅੱਜ ਦੇਖਦੇ ਹਾਂ ਇੱਕ ਉਹ ਭਾਂਡੇ ਨੇ ਜਿਨ੍ਹਾਂ ਅੰਦਰ ਬਹੁਤੇ ਗੁਣ ਨੇ, ਤੇ ਇੱਕ ਉਹ ਭਾਂਡੇ ਨੇ ਜਿਨ੍ਹਾਂ ਅੰਦਰ ਗੁਣ ਤਾਂ ਹੈ ਪਰ ਤਪਦੇ ਰਹਿੰਦੇ ਨੇ। ਇੱਕ ਭਾਂਡੇ ਖਾਲੀ ਹੈ, ਇੱਕ ਭਾਂਡੇ ਭਰੇ ਹੋਏ ਵੀ ਤਪਦੇ ਨੇ, ਇੱਕ ਭਾਂਡੇ ਉਹ ਨੇ ਜਿਨ੍ਹਾਂ ਵਿੱਚ ਗੁਣ ਤਾਂ ਹੈ, ਬੜੀ ਨਿਮਰਤਾ ਦੇ ਨਾਲ ਰਹਿੰਦੇ ਨੇ, ਦੁੱਧ ਦੀ ਤਰ੍ਹਾਂ ਰਹਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ, ਕਹਿੰਦੇ ਇੱਕ ਨਿਹਾਲੀ ਪੈ ਸੁਵਨ, ਇੱਕ ਉੱਪਰ ਰਹਿਣ ਖੜੀ। ਇੱਕ ਨਾ ਦੇ ਉੱਪਰ ਇੰਨੀ ਬਖਸ਼ਿਸ਼ ਹੈ ਕਿ ਉਹ ਸਦਾ ਰੱਬੀ ਰਜ਼ਾ ਵਿੱਚ ਜਦੋਂ ਚੱਲਦੇ ਨੇ, ਇਦਾਂ ਕਹਿ ਲਈਏ ਵੀ ਉਹਨਾਂ ਕੋਲ ਸੋਹਣੀਆਂ ਸੋਹਣੀਆਂ ਕਹਿੰਦੇ ਨਿਹਾਲੀ ਭਾਵ ਤਲਾਈਆਂ ਨੇ, ਸੋਹਣੇ ਗੱਦਿਆਂ ਦੇ ਉੱਪਰ ਸੋਹਣੀਆਂ ਤਲਾਈਆਂ ਦੇ ਉੱਪਰ ਸੌਂਦੇ ਨੇ। ਤੇ ਇੱਕ ਵਿਚਾਰੇ ਉਹ ਨੇ ਜਿਹੜੇ ਚੌਕੀਦਾਰ ਨੇ, ਰਾਤ ਨੂੰ ਜਾਗਦੇ ਰਹਿੰਦੇ ਨੇ, ਪਹਿਰੇਦਾਰ ਬਣ ਕੇ ਖੜੇ ਰਹਿੰਦੇ ਨੇ। ਸਤਿਗੁਰੂ ਜੀ ਆਖਦੇ, ਕਹਿੰਦੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਹੁਣ ਵੇਖੋ ਗੁਰੂ ਦੀ ਗੋਦ ਦੇ ਵਿੱਚ ਨਾ ਪ੍ਰਿਥੀ ਚੰਦ ਵੀ ਹੈ, ਗੁਰੂ ਦੀ ਗੋਦ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੈ। ਤੇ ਬਾਬੇ ਨੇ ਬੜਾ ਸੋਹਣਾ ਬਚਨ ਬਾਣੀ ਦੇ ਅੰਦਰ ਕੀਤਾ ਤੇ ਆਖਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਗੁਰੂ ਗਰੀਬ ਨਿਵਾਸ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਵੀ ਸਵਾਰਿਆ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਦੋਵੇਂ ਪੁੱਤਰਾਂ ਦੇ ਵਿੱਚ ਕੋਈ ਈਰਖਾ ਨਹੀਂ ਰੱਖੀ, ਸਵਾਰਿਆ ਦੋਵਾਂ ਨੂੰ ਹੈ, ਪਰ ਇੱਕ ਦੀ ਕੁਆਲਿਟੀ ਹੋਰ ਹੈ ਤੇ ਇੱਕ ਦੀ ਹੋਰ ਹੈ। ਬਾਬੇ ਨੇ ਜਿਨ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਵਾਰਿਆ, ਉਹਨਾਂ ਪ੍ਰਿਥੀ ਚੰਦ ਨੂੰ ਵੀ ਸਵਾਰਿਆ ਹੋਇਆ। ਪਰ ਗੱਲ ਇੱਕ ਇਹ ਹੈ ਕਿ ਇੱਕ ਇਸ ਗੱਲ ਤੇ ਅੜਿਆ ਹੈ ਕਿ ਮੈਂ ਸਮਝਣਾ ਨਹੀਂ ਚਾਹੁੰਦਾ, ਤੇ ਇੱਕ ਇਸ ਗੱਲ ਤੇ ਹੈ ਕਿ ਬਾਬਾ ਤੇਰੇ ਤੂੰ ਬਿਨਾ ਮੇਰਾ ਜੀਉਣਾ ਹੀ ਕਾਹਦਾ ਹੈ। ਇੱਕ ਬਾਬਾ ਇਹ ਗੱਲ ਆਖਦਾ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕੱਲ ਜੁਗ ਹੋਤਾ, ਹੁਣ ਖਤ ਮਿਲਿਆ ਪੈ ਤੁਲ ਭਗਵੰਤਾ। ਇੱਕ ਇਸ ਕਰਕੇ ਗੱਲ ਮੰਨ ਰਿਹਾ ਕਹਿ ਲਈਏ ਕਿ ਮੈਨੂੰ ਸਾਰਾ ਕੁਝ ਮਿਲ ਜਾਏ, ਇੱਕ ਇਸ ਕਰਕੇ ਗੱਲ ਮੰਨ ਰਿਹਾ ਹੈ ਕਿ ਮੈਨੂੰ ਤੇਰੀ ਪ੍ਰੀਤ ਦੀ ਲੋੜ ਹੈ, ਮੈਨੂੰ ਤੇਰੇ ਚਰਨਾਂ ਦੀ ਲੋੜ ਹੈ। ਤੇ ਮੇਰਾ ਬਾਬਾ ਸਵਾਰਦਾ ਫਿਰ ਕਿਹਨੂੰ ਹੈ, ਕਹਿੰਦੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਸਵਾਰੇ ਉਹ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਨਦਰ ਹੁੰਦੀ ਹੈ। ਨਦਰ ਕੀ ਹੈ? ਬਖਸ਼ਿਸ਼। ਤੇ ਬਖਸ਼ਿਸ਼ ਦਾ ਪਾਤਰ ਕੋਈ ਬਣ ਸਕਦਾ ਹੈ ਜਿਹਨੂੰ ਬਖਸ਼ਿਸ਼ ਦੀ ਲੋੜ ਹੈ, ਜਿਹਨੂੰ ਰਹਿਮਤ ਦੀ ਲੋੜ ਹੈ, ਜਿਹਨੂੰ ਆਪਣੇ ਪਿਆਰੇ ਕੋਲ ਰਹਿਣ ਦੀ ਲੋੜ ਹੈ, ਉਹੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਆਓ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅਗਲੇ ਦੇ ਸ਼ਲੋਕ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਬੜੇ ਪਿਆਰ ਦੇ ਨਾਲ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕਰੋ। ਮਹਲਾ ਦੂਜਾ। ਆਪੇ ਸਾਜ ਕਰਿਆ ਜਾਈ ਪਹਿਰੇ ਆਪ। ਇਸ ਵਿੱਚ ਜੰਤ ਪਾਏ ਕੇ ਦੇਖੇ ਖਾਕ ਜਿਨ੍ਹਾਂ ਨੇ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਜਗ੍ਹਾ ਬਣਾਈ ਹੈ, ਜਿਹੜੇ ਸਾਜੇ ਗਏ ਨੇ, ਸਵਾਰੇ ਗਏ ਨੇ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਆਖਦੇ, ਕਹਿੰਦੇ ਆਪੇ ਸਾਜੀ।
ਉਹ ਆਪ ਹੀ ਬਣਾਉਂਦਾ ਹੈ। ਕਹਿੰਦੇ ਕਰੇ ਆਪ ਜਾਏ ਭੇ ਰੱਖੇ ਆਪ। ਉਹ ਆਪ ਹੀ ਸਾਜਦਾ ਹੈ, ਆਪ ਹੀ ਬਣਾਉਂਦਾ ਹੈ, ਫਿਰ ਆਪ ਹੀ ਆਪਣਾ ਆਪ ਵਿੱਚ ਟਿਕਾ ਦਿੰਦਾ ਹੈ। ਆਪਣਾ ਆਪ ਆਪਣੀ ਜੋਤ ਸਭਨਾਂ ਦੇ ਵਿੱਚ ਟਿਕਾ ਦਿੰਦਾ ਹੈ। ਤੇ ਸਤਿਗੁਰੂ ਜੀ ਆਖਦੇ ਨਾ, ਸਭ ਮਹਿ ਜੋਤ ਜੋਤ ਹੈ ਸੋਈ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਇਹ ਚਾਨਣ ਪ੍ਰਗਟ ਕਿੱਦਾਂ ਹੁੰਦਾ? ਗੁਰ ਸਾਖੀ ਜੋਤ ਪ੍ਰਗਟ ਹੋਈ। ਗੁਰੂ ਦੀ ਸਿੱਖਿਆ ਦੇ ਦੁਆਰਾ ਅੰਦਰੋਂ ਗੁਣ ਪ੍ਰਗਟ ਹੁੰਦੇ ਨੇ। ਗੁਣ ਉਹਨੇ ਸਭਨਾਂ ਦੇ ਅੰਦਰ ਪੈਦਾ ਕੀਤੇ ਨੇ, ਭਾਂਡੇ ਉਹਨੇ ਆਪ ਬਣਾਏ ਨੇ, ਸਭਨਾਂ ਅੰਦਰ ਗੁਣ ਪ੍ਰਗਟ ਕੀਤੇ ਨੇ। ਪਰ ਇਹ ਗੁਣ ਪ੍ਰਗਟ ਜਿਹੜੇ ਹੋਣੇ ਨੇ ਨਾ, ਗੁਰ ਸਾਖੀ ਜੋਤ ਪ੍ਰਗਟ ਹੋਈ, ਗੁਰੂ ਦੀ ਸਿੱਖਿਆ ਦੇ ਦੁਆਰਾ ਪ੍ਰਗਟ ਹੋਈ। ਅੰਦਰ ਤਾਂ ਸਾਰਾ ਕੁਝ ਹੈ। ਜਿਵੇਂ ਮਹਾਰਾਜ ਨੇ ਬਾਣੀ ਅੰਦਰ ਇਹ ਵੀ ਗੱਲ ਆਖੀ ਹੈ ਨਾ ਕਿ ਪਾਣੀ ਧਰਤੀ ਦੇ ਹੇਠਾਂ ਤਾਂ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਤਾਂ ਧਰਤੀ ਦਾ ਹੇਠਾਂ ਹੈ, ਫਿਰ ਉੱਪਰੋਂ ਪਾਣੀ ਦੀ ਕੀ ਲੋੜ ਹੈ? ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ। ਤੇ ਆਪਾਂ ਆਮ ਇਹ ਗੱਲ ਸਮਝਦੇ ਹਾਂ ਕਿ ਜਦੋਂ ਸਮਰਸੀਬਲ ਬੋਰ ਕਰਵਾਉਣੇ ਆ ਜਾਂ ਨਲਕਾ ਲਗਾਉਣੇ ਆ, ਪਿੰਡਾਂ ਦੇ ਵਿੱਚ ਨਲਕੇ ਲੱਗਦੇ ਸੀ, ਬੋਰ ਹੋ ਜਾਣਾ ਤੇ ਅਸੀਂ ਉਹ ਹੱਥੀ ਨਾਲ ਮਰੀ ਜਾਣਾ, ਪਾਣੀ ਨਹੀਂ ਆਉਂਦਾ, ਨਲਕਾ ਗੇੜੀ ਜਾਣਾ, ਪਾਣੀ ਨਹੀਂ ਆਉਂਦਾ। ਤੇ ਸਿਆਣੇ ਕਹਿੰਦੇ ਜਿੰਨੀ ਦੇਰ ਤੱਕ ਪਾਣੀ ਦੀ ਬਾਲਟੀ ਤੁਸੀਂ ਵਿੱਚ ਨਹੀਂ ਨਾ ਪਾ ਦਿੰਦੇ, ਉਨੀ ਦੇਰ ਤੱਕ ਬੋਕੀ ਜਿਹੜੀ ਹੈ ਉਹ ਪਾਣੀ ਤਾਂ ਨਹੀਂ ਲੈ ਕੇ ਆਏਗੀ। ਪਾਣੀ ਤਾਂ ਹੈ ਪਰ ਪਾਣੀ ਆ ਨਹੀਂ ਰਿਹਾ। ਅੰਦਰ ਗੁਣਤਾ ਹੈ, ਜਿੰਨੀ ਦੇਰ ਤੱਕ ਬਾਣੀ ਅੰਦਰ ਸਾਡੇ ਨਹੀਂ ਜਾਏਗੀ, ਅੰਦਰ ਅਸੀਂ ਟਿਕਾਵਾਂਗੇ ਨਹੀਂ, ਉਨੀ ਦਿਨਾਂ ਦੇਰ ਤੱਕ ਕਹਿ ਲਈਏ ਰੱਬੀ ਜੋਤ ਰੱਬੀ ਗੁਣ ਜਿਹੜੇ ਉਹ ਪ੍ਰਗਟ ਨਹੀਂ ਹੈ। ਸਤਿਗੁਰੂ ਦੀ ਬਾਣੀ ਮੰਨਣੀ ਪੈਣੀ ਹੈ, ਸਤਿਗੁਰੂ ਦੀ ਬਾਣੀ ਦੇ ਦੁਆਰਾ ਜੀਵਨ ਨੂੰ ਗੁਜ਼ਾਰਨਾ ਪੈਣਾ ਹੈ। ਇਹ ਸਾਡੇ ਅੰਦਰ ਗੁਰੂ ਦੀ ਪਿਉਂਦ ਜਿਹੜੀ ਹੈ ਨਾ, ਉਹ ਗੁਰੂ ਦੀ ਪਿਉਂਦ ਲੈ ਕੇ ਸਾਨੂੰ ਚੱਲਣਾ ਪੈਣਾ ਹੈ। ਆਪਣੇ ਆਪ ਨੂੰ ਮਾਰਨਾ ਪੈਣਾ ਹੈ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਦੁਆਰਾ ਚੱਲਣਾ ਪੈਣਾ ਹੈ, ਬਦਲਣਾ ਪੈਣਾ ਜੀ ਆਪਣੇ ਆਪ ਨੂੰ। ਤੇ ਬਾਬਾ ਜੀ ਆਖਦੇ ਕਹਿੰਦੇ ਆਪੇ ਸਾਜੇ ਕਰੇ ਆਪ, ਜਾਈ ਭੇ ਰੱਖੇ ਆਪ, ਤਿਸ ਵਿੱਚ ਜੰਤ ਉਪਾਏ ਕੈ, ਦੇਖੈ ਥਾਪ ਉਥਾਪ। ਉਹ ਆਪ ਹੀ ਸਾਰੇ ਜੀਵ ਜੰਤੂ ਪੈਦਾ ਕਰਦਾ, ਜੀਵਾਂ ਨੂੰ ਪੈਦਾ ਕਰਦਾ ਹੈ ਤੇ ਜੀਵਾਂ ਨੂੰ ਪੈਦਾ ਕਰਕੇ ਆਪ ਦੇਖਦਾ, ਟਿਕਾਉਂਦਾ ਵੀ ਆਪ ਹੈ ਤੇ ਢਾਉਂਦਾ ਵੀ ਆਪ ਹੈ। ਸਾਰੀ ਇਹ ਖੇਡ ਕਰਤੇ ਦੇ ਹੱਥ ਵਿੱਚ ਹੈ। ਵੇਖੋ ਸ਼ੁਰੂ ਵਿੱਚ ਅਰਜ਼ ਕੀਤੀ ਹੈ ਨਾ, ਘੁਮਿਆਰ ਨੇ ਭਾਂਡਾ ਬਣਾਇਆ, ਖਰੀਦਣ ਵਾਲਾ ਲੈ ਗਿਆ ਖਰੀਦ ਕੇ, ਘੁਮਿਆਰ ਨੇ ਆਪ ਨਹੀਂ ਤੋੜਿਆ ਜਾ ਕੇ, ਘੁਮਿਆਰ ਨੇ ਆਪ ਨਹੀਂ ਤੋੜਿਆ। ਜਿਹੜਾ ਖਰੀਦ ਕੇ ਲੈ ਕੇ ਗਿਆ ਜਾਂ ਉਹਦੇ ਕੋਲੋਂ ਟੁੱਟ ਗਿਆ ਜਾਂ ਹੋਰ ਕਿਸੇ ਕੋਲੋਂ ਟੁੱਟ ਗਿਆ। ਪਰ ਇਹ ਜਿਹੜੇ ਭਾਂਡੇ ਨੇ ਨਾ, ਇਹ ਭਾਂਡਿਆਂ ਦੀ ਵਾਂਗ ਡੋਰ ਜਿਹੜੀ ਹੈ ਉਹ ਮੇਰੇ ਪ੍ਰੀਤਮ ਦੇ ਹੱਥ ਵਿੱਚ ਹੈ। ਆਪਣੇ ਆਪ ਅਸੀਂ ਟੁੱਟ ਨਹੀਂ ਸਕਦੇ, ਉਹਦੇ ਹੱਥ ਵਿੱਚ ਹੈ। ਸਤਿਗੁਰੂ ਜੀ ਆਖਦੇ ਕਹਿੰਦੇ ਤਿਸ ਵਿੱਚ ਜੰਤ ਉਪਾਏ ਕੈ, ਦੇਖੈ ਥਾਪ ਉਥਾਪ। ਉਹ ਟਿਕਾਉਂਦਾ ਵੀ ਆਪ ਹੈ ਤੇ ਢਾਉਂਦਾ ਵੀ ਆਪ ਹੈ, ਬਣਾਉਂਦਾ ਵੀ ਆਪ ਹੈ ਤੇ ਸਾਰਾ ਕੁਝ ਕਰਦਾ ਹੋਇਆ ਆਪ ਦੇਖ ਰਿਹਾ ਹੈ। ਤੇ ਮਹਾਰਾਜ ਕਹਿੰਦੇ ਕਿਸ ਨੂੰ ਕਹੀਏ ਨਾਨਕਾ, ਕਿਸ ਹੋਰ ਦੂਜੇ ਨੂੰ ਕਹੀਏ ਅਸੀਂ ਕਿ ਕੌਣ ਹੈ ਉਹ? ਕਹਿੰਦੇ ਹੋਰ ਦੂਜਾ ਕੋਈ ਨਹੀਂ ਹੈ, ਕੇਵਲ ਉਹ ਇੱਕ ਆਪ ਹੈ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਉਹ ਸਾਰਾ ਕੁਝ ਆਪ ਹੀ ਬਣਾਉਂਦਾ ਹੈ, ਆਪ ਹੀ ਸਵਾਰਦਾ ਹੈ। ਆਓ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਸਵਾਰੇ ਜਾਈਏ, ਜੇ ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਆਪਣੇ ਆਪ ਨੂੰ ਬਦਲ ਲਈਏ, ਜੇ ਅਸੀਂ ਚਾਹੁੰਦੇ ਹਾਂ ਨਾ ਕਿ ਸਾਡੇ ਅੰਦਰ ਖੁਸ਼ੀਆਂ ਆਨੰਦ ਖੇੜੇ ਆ ਜਾਣ,
ਅਸੀਂ ਦੁੱਖਾਂ ਮੁਸੀਬਤਾਂ ਦਾ ਟਾਕਰਾ ਕਰ ਸਕੀਏ ਤਾਂ ਸਵਾਰਨ ਵਾਲੇ ਇੱਕ ਹੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਓ ਗੁਰੂ ਕੋਲ ਆ ਕੇ ਹਾਜ਼ਰ ਹੋ ਜਾਈਏ। ਗੁਰੂ ਦੀ ਗੱਲ ਨੂੰ ਅਸੀਂ ਹੁਣ ਬੜਾ ਸੋਹਣਾ ਮੌਕਾ ਸ਼ੁਰੂ ਵਿੱਚ ਆਰੰਭ ਕੀਤੀ ਸੀ ਨਾ, ਗੱਲ ਦੱਸੀ ਸੀ ਵੀ ਲੋਕਡਾਊਨ ਹੋਇਆ, ਕਈ ਪ੍ਰਚਾਰਕ ਜਿਹੜੇ ਨੇ ਵੀਰ ਉਹ ਘਰਾਂ ਵਿੱਚ ਬੈਠ ਕੇ ਵੀ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ। ਕਈ ਵੀਰ ਭੈਣਾਂ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਆਪਾਂ ਰਲ ਮਿਲ ਕੇ ਸਰਵਣ ਕਰਦੇ ਹਾਂ। ਇਸੇ ਤਰ੍ਹਾਂ ਆਪਾਂ ਵੀ ਯਤਨ ਕੀਤਾ ਸੀਗਾ ਕਿ ਚਲੋ ਗੁਰਦੁਆਰਾ ਸਾਹਿਬ ਦੇ ਅੰਦਰ ਭਾਵੇਂ ਕੋਈ ਨਹੀਂ ਆ ਰਿਹਾ, ਪਰ ਰਲ ਮਿਲ ਕੇ ਅਸੀਂ ਸਾਰੇ ਹੀ ਤੁਹਾਡੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕੀਤੀ ਔਰ ਅੱਜ ਸੰਪੂਰਨਤਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਲਾਹਾ ਪ੍ਰਾਪਤ ਕਰਦਿਆਂ ਹੋਇਆਂ ਬੜਾ ਆਨੰਦ ਆਇਆ ਤੇ ਆਨੰਦ ਆਉਣਾ ਚਾਹੀਦਾ। ਤੇ ਆਓ ਸਤਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਅੰਗਦ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ, ਕਹਿੰਦੇ ਉਹ ਆਪ ਸਾਰਾ ਕੁਝ ਕਰਨ ਵਾਲਾ ਹੈ, ਕੋਈ ਹੋਰ ਦੂਜਾ ਨਹੀਂ ਹੈ। हे ਨਾਨਕ, ਸਾਰਾ ਕੁਝ ਉਸ ਮਾਲਕ ਦੇ ਹੀ ਹੱਥ ਵਿੱਚ ਹੈ। ਆਓ ਪੌੜੀ ਦਾ ਕੀਰਤਨ ਆਪਾਂ ਰਲ ਮਿਲ ਕੇ ਸਰਵਣ ਕਰੀਏ, ਫਿਰ ਸਮਾਪਤੀ ਵੱਲ ਕਰੀਏ। किसनो कहे नानका सब किछ आपे सब किछ आपे बड़े वड्डे किया वड्डियाइयां किछ कहना कहन न जाए सकदा कर दे जिया रिजक सवाए साईं कर मावड़ी छोटी न पाए नानक की बाहरी होर दूजी नाही जाए सो करे जग सर जाए सर जाए सर जाए। गुरु गरीब निवाज सतगुरु जी ने पौड़ी के अंदर सानू बड़ा सोहना उपदेश जो दिता है कि मेरे मालक दियां वड्डियाइयां ਜਿਹੜੀਆਂ ਨੇ बड़ियां ਵੱਡੀਆਂ ने, ਵੱਡੇ कीਆਂ वड्डियाइयां किश कहना कहन ना चाहिए। ਅਸੀਂ नहीं बयान कर सकते, कुछ कह ही नहीं सकते, क्योंकि ਉਹਦਾ ਨਾਮਨਾ भी बड़ा ਵੱਡਾ है। जिन्ना ਵੱਡਾ ਉਹ ਆਪ है उन्ना ਵੱਡਾ उसका नामना है। उन्नियां ਵੱਡੀਆਂ ਉਹਦੀਆਂ ਵਡਿਆਈਆਂ ਨੇ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਬੜਾ ਵੱਡਾ ਹੈ। ਜਿੰਨਾ ਵੱਡਾ ਉਹਦਾ ਉੱਚਾ ਨਾਮ ਹੈ ਉਨੀਆਂ ਹੀ ਵੱਡੀਆਂ ਉਹਦੀਆਂ ਵਡਿਆਈਆਂ ਨੇ। ਤੇ ਬਾਬੇ ਨੇ ਆਖਿਆ ਫਿਰ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਦਾ, ਉਹ ਆਪ ਹੀ ਕਰਦਾ ਹੈ, ਆਪ ਹੀ ਬਣਾਉਂਦਾ ਸਾਰਾ ਕੁਝ। ਕਾਦਰ ਕਰੀਮ ਦੇ ਉਹ ਆਪ ਹੀ ਬਖਸ਼ਿਸ਼ ਕਰਦਾ ਹੈ, ਆਪ ਹੀ ਰਹਿਮਤ ਕਰਦਾ ਹੈ, ਉਹ ਆਪ ਹੀ ਇਨਸਾਫ ਕਰਦਾ। ਉਹਦੀ ਸੱਚੀ ਇਹੀ ਕਚਹਿਰੀ ਹੈ, ਆਪਣੀ ਸੱਚੀ ਕਚਹਿਰੀ ਦੇ ਵਿੱਚ ਆਪ ਹੀ ਰਹਿਮਤ ਕਰਦਾ ਹੈ, ਆਪ ਹੀ ਬਖਸ਼ਦਾ ਹੈ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਲੇ, ਸਾਰਿਆਂ ਜੀਵਾਂ ਦੀ ਉਹ ਰਿਜ਼ਕ ਦੇ ਕੇ ਸੰਭਾਲ ਕਰ ਰਿਹਾ। ਕੋਈ ਬੰਦਾ ਥੋੜੀ ਵੰਡ ਰਿਹਾ ਹੈ, ਉਹ ਆਪ ਵਿੱਚ ਵਰਤ ਕੇ ਆਪ ਵੰਡ ਰਿਹਾ ਹੈ। ਵੱਡੇ ਦੀਆਂ ਵਡਿਆਈਆਂ ਬੜੀਆਂ ਵੱਡੀਆਂ ਨੇ। ਸਤਿਗੁਰੂ ਜੀ ਅੱਗੇ ਆਖਦੇ ਕਹਿੰਦੇ ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੇ ਪਾਈ। ਗੁਰੂ ਗਰੀਬ ਨਿਵਾਜ ਜੀ ਸਮਝਾਉਂਦੇ ਕਹਿੰਦੇ ਭਾਈ ਬੰਦਾ ਉਹੀ ਕਾਰ ਕਮਾਉਂਦਾ ਹੈ, ਉਹੀ ਕੰਮ ਕਰਦਾ ਹੈ ਜੋ ਉਸ ਦੀ ਮੱਤ ਦੇ ਵਿੱਚ ਸ਼ੁਰੂ ਤੋਂ ਪਾਲ ਕਰ ਗਿਆ। ਉਹਦਾ ਜੀਵਨ ਉਹਦਾ ਆਚਰਣ ਉਦਾਂ ਦਾ ਹੀ ਹੋ ਗਿਆ ਨਾ, ਜਿਵੇਂ ਦੀ ਉਹਨੇ ਅਕਲ ਲੈ ਲਈ, ਜਿਵੇਂ ਦੀ ਉਹਦੀ ਮੱਤ ਹੋ ਗਈ, ਜਿਵੇਂ ਦਾ ਉਹਦਾ ਨੇਚਰ ਹੋ ਗਿਆ, ਜਿਵੇਂ ਦਾ ਉਹਦਾ ਆਚਰਣ ਹੋ ਗਿਆ, ਉਵੇਂ ਦੀ ਉਹ ਕੰਮ ਕਰਦਾ ਹੈ। ਤੁਰ ਛੋਡੀ ਤੇ ਨਹੀਂ ਪਾਈ। ਆਓ ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਜਿਵੇਂ ਅਸੀਂ ਮਾਂ ਦੇ ਪੇਟ ਵਿੱਚ ਤੇਰਾ ਸਿਮਰਨ ਕਰਦੇ ਰਹੇ, ਜੈਸੀ ਅਗਨ ਉਧਰ ਮੈਂ
ਤੈਸੀ ਬਾਰ ਮਾਇਆ। ਅਸੀਂ ਹੁਣ ਕੋਈ ਮਾਇਆ ਦੀ ਅੱਗ, ਪਹਿਲਾਂ ਮਾਂ ਦੇ ਪੇਟ ਵਿੱਚ ਅੱਗ ਸੀ ਤੇ ਉਸ ਅੱਗ ਦੇ ਵਿੱਚ ਮਾਲਕ ਤੂੰ ਬਚਾਇਆ ਹੈ, ਤੇ ਹੁਣ ਤੈਸੀ ਬਾਰ ਮਾਇਆ। ਬਾਹਰ ਵੀ ਉਸੇ ਤਰ੍ਹਾਂ ਹੀ ਮਾਇਆ ਹੈ, ਅੱਗ ਹੈ, ਮਾਇਆ ਦੀ ਅੱਗ ਹੈ। ਕਿਹੜੀ ਮਾਇਆ ਦੀ? ਲਾਲਚ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਕਾਮ ਦੀ ਅੱਗ ਹੈ, ਨਿੰਦਿਆ ਦੀ ਅੱਗ ਹੈ, ਤੇ ਹੋਰ ਕਿੰਨੀਆਂ ਹੀ ਅੱਗਾਂ ਨੇ, ਤ੍ਰਿਸ਼ਨਾ ਦੀ ਅੱਗ ਹੈ। ਸਤਿਗੁਰੂ ਜੀ ਜਿਵੇਂ ਉੱਥੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਗਨ ਲੈ ਤੇ ਤਰਤ ਤਾਰਨ ਹਾਰੇ। ਜਿਵੇਂ ਉੱਥੇ ਤਾਰਿਆ ਹੈ, ਬਖਸ਼ਿਸ਼ ਕੀਤੀ ਹੈ, ਤਿਵੇਂ ਹੁਣ ਵੀ ਸਾਡੇ ਤੇ ਬਖਸ਼ਿਸ਼ ਕਰ। ਅਸੀਂ ਮੱਤ ਗੁਰੂ ਕੋਲੋਂ ਲੈਣੀ ਹੈ, ਗੁਰੂ ਦੀ ਮੱਤ ਦੇ ਦੁਆਰਾ ਅਸੀਂ ਚੱਲਣਾ ਹੈ। ਸਾਈ ਕਾਰ ਫੇਰ ਅਸੀਂ ਕਰਾਂਗੇ, ਸਾਈ ਕਾਰ ਕਮਾਵਣੀ ਧੁਰ ਛੋਟੀ ਕਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ। ਇਹ ਨਾਨਕ ਉਹ ਇੱਕ ਰੱਬ ਦੀ ਕਲਾ ਵਰਤ ਰਹੀ ਹੈ, ਕੋਈ ਹੋਰ ਦੂਜਾ ਨਹੀਂ ਹੈ ਜਿਸ ਦੀ ਸਮਰੱਥਾ ਚੱਲਦੀ ਹੋਵੇ, ਜਿਹੜਾ ਉਸ ਦੇ ਬਰਾਬਰ ਦਾ ਹੋਵੇ, ਕੋਈ ਹੋਰ ਦੂਜਾ ਨਹੀਂ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜੇ ਤਿਸੈ ਰਜਾਈ। ਉਹ ਉਹੀ ਕੁਝ ਹੀ ਕਰਦਾ ਜੋ ਉਹਨੂੰ ਆਉਂਦਾ ਹੈ। ਨਾ ਤਾਂ ਉਹ ਕਿਸੇ ਕੋਲੋਂ ਪੁੱਛਦਾ ਹੈ ਤੇ ਨਾ ਕਿਸੇ ਕੋਲੋਂ ਸਲਾਹ ਲੈਂਦਾ ਹੈ, ਨਾ ਕਿਸੇ ਨੂੰ ਸਲਾਹ ਦਿੰਦਾ ਹੈ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ। ਨਾ ਕਿਸੇ ਕੋਲੋਂ ਪੁੱਛ ਕੇ ਉਹ ਢਾਉਂਦਾ ਹੈ ਤੇ ਨਾ ਕਿਸੇ ਕੋਲੋਂ ਪੁੱਛ ਕੇ ਉਹ ਸਾਜਦਾ ਹੈ, ਬਣਾਉਂਦਾ ਹੈ। ਆਪਣੀ ਰਜ਼ਾ ਦੇ ਵਿੱਚ, ਆਪਣੀ ਮਰਜ਼ੀ ਦੇ ਵਿੱਚ ਸਾਈ ਕਾਰਕ ਉਹ ਆਪ ਹੀ ਕਰਦਾ ਹੈ। ਆਓ ਜੇ ਅਸੀਂ ਵੀ ਚਾਹੁੰਦੇ ਹਾਂ ਨਾ ਵੀ ਸਾਡੇ ਕੰਮ ਜਿਹੜੇ ਨੇ ਉਹ ਸਾਡੇ ਮਾਲਕ ਵਰਗੇ ਹੋਣ, ਤੇ ਮਾਲਕ ਦੀ ਮੱਤ ਧਾਰਨ ਕਰਨੀ ਪੈਣੀ ਹੈ, ਮਾਲਕ ਦੀ ਸਿੱਖਿਆ ਦੇ ਮੁਤਾਬਕ ਚੱਲਣਾ ਪੈਣਾ, ਤਾਂ ਹੀ ਸਾਡੇ ਕੰਮ ਉਹਦੇ ਵਰਗੇ ਹੋ ਸਕਦੇ। ਆਓ ਗੁਰੂ ਦੀ ਮੱਤ ਲੈ ਕੇ ਅਸੀਂ ਆਪਣੇ ਆਚਰਨ ਨੂੰ ਉੱਚਾ ਬਣਾਈਏ। ਤੇ ਪਿਆਰ ਵਾਲਿਓ, ਜਿਵੇਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਵਿੱਚ ਆਖਿਆ ਨਾ ਕਿ ਟੁੰਡੇ ਅਸ ਰਾਜੇ ਕੀ ਧੁਨੀ, ਉਸ ਧੁਨ ਤੇ ਗਾਉਣਾ ਹੈ। ਆਓ ਜਿਵੇਂ ਦਾ ਉਹਦਾ ਆਚਰਣ ਹੈ ਨਾ, ਆਪਣੇ ਆਚਰਣ ਨੂੰ ਵੀ ਉਦਾਂ ਦਾ ਬਣਾ ਕੇ ਆਪੋ ਆਪਣੇ ਕਰ ਸਕੀਏ। ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਜੀ ਦੀ ਹਜ਼ੂਰੀ ਲੱਗੀ ਭਾਈ ਹਰਮਨ ਸਿੰਘ ਜੀਤ ਸਿੰਘ ਜੀ ਦੇ ਜਥੇ ਦਾ, ਜਿਨ੍ਹਾਂ ਨੇ ਬੜਾ ਸਾਥ ਦਿੱਤਾ ਕਿ ਰਲ ਮਿਲ ਕੇ ਕੀਰਤਨ ਵੀ ਕੀਤਾ, ਰਲ ਮਿਲ ਕੇ ਬਾਣੀ ਨੂੰ ਸਮਝਿਆ ਵੀ, ਤੇ ਕੋਟਾਨ ਕੋਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਸਭਨਾਂ ਨੂੰ ਉਦਮ ਉਪਰਾਲਾ ਬਖਸ਼ਿਸ਼ ਕੀਤਾ। ਜਿਨ੍ਹਾਂ ਵੀਰ ਭੈਣਾਂ ਨੇ ਬੜਾ ਪਿਆਰ ਫੇਸਬੁੱਕ ਦੇ ਰਾਹੀਂ ਔਰ YouTube ਦੇ ਰਾਹੀਂ ਸੁਣ ਕੇ ਦਿੱਤਾ ਹੈ, ਸਾਰੀਆਂ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਰਲ ਮਿਲ ਕੇ ਅਗਲੇ ਦੇ ਦਿਨਾਂ ਦੇ ਅੰਦਰ ਵੀ ਆਪਾਂ ਕੋਈ ਬਾਣੀ ਜਾਂ ਵਾਰ ਲੈ ਕੇ ਵਿਚਾਰ ਜਿਹੜੀ ਹੈ ਉਹ ਆਰੰਭ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਦੀ ਕਿਰਪਾ ਕਰਨ ਜੀ, ਸਾਡੀ ਸਭਨਾਂ ਦੀ ਹਾਜ਼ਰੀ, ਸਭਨਾਂ ਦਾ ਵਿਸ਼ਵਾਸ, ਸਭਨਾਂ ਦਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਵੱਧ ਸਕੇ, ਤਾਂ ਹੁਣ ਜੀ ਸਾਡੇ ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਬੁਲਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ